ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਨ ਸਗਲ ਸਿਆਨਪ ਰਹੀ। ਕਰਨ ਕਰਾਵਨ ਹਾਰ ਸੁਆਮੀ। ਨਾਨਕ ਓਟ ਗਹੀ। ਮਨ ਸਗਲ ਸਿਆਨਪ ਰਹੀ। ਕਰਨ ਕਰਾਵਨ ਹਾਰ ਸੁਆਮੀ। ਨਾਨਕ ਓਟ ਗਹੀ। ਰਹਾਉ ਆਪ ਮੇਟ ਪਏ ਸਰਨਾਈ। ਇਹ ਮਤ ਸਾਧੂ ਕਹੀ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ। ਭਰਮ ਅੰਧੇਰਾ ਲਹੀ। ਜਾਨ ਪਰਬੀਨ ਸੁਆਮੀ ਪ੍ਰਭ ਮੇਰੇ। ਸਰਨ ਤੁਮਾਰੀ ਅਹੀ। ਕਿਨ ਮਹਿ ਥਾਪ ਉਥਾਪਨ ਹਾਰੇ। ਕੁਦਰਤ ਕੀਮ ਨਾ ਪਹੀ। ਜਾਨ ਪਰਬੀਨ ਸੁਆਮੀ ਪ੍ਰਭ ਮੇਰੇ। ਸਰਨ ਤੁਮਾਰੀ ਅਹੀ। ਖਿਨ ਮਹਿ ਥਾਪ ਉਥਾਪਨ ਹਾਰੇ। ਕੁਦਰਤ ਕੀਮ ਨਾ ਪਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਮਨ ਪੁਰਖ ਧਿਆਏ ਬਰਦਾਤਾ। ਸੰਤ ਸੁਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ। ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸਤਿਗੁਰ ਨਾਨਕ ਭਗਤ ਕਰੀ ਇਕ ਮਨ। ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ। ਅਗੰਮ ਗਿਆਨ ਰਸ ਰਸਿਓ ਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ। ਵਾਹ ਵਾਹ ਕਰ ਧਿਆਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ। ਤੈਂ ਹਰ ਪਰਮ ਪਦ ਪਾਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ।
ਤੈਂ ਹਰ ਪਰਮ ਪਦ ਪਾਇਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਦਾ ਪਾਵਨ ਮੁੱਖ ਵਾਕ ਸਾਨੂੰ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਰਾਗ ਦੇਵ ਗੰਧਾਰੀ ਵਿੱਚ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 529 ਤੇ ਸਵਾਇਮਾਨ ਹੈ। ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ, ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਆਓ ਸਾਰੇ ਕਿਰਪਾ ਕਰੋ ਤੇ ਇੱਕ ਵਾਰੀ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਪਰਮੇਸ਼ਰ ਨੂੰ ਮਿਲਣ ਵਾਸਤੇ ਕਈ ਢੰਗ, ਕਈ ਤਰੀਕੇ, ਕਈ ਉਕਤੀਆਂ ਜੁਗਤੀਆਂ ਸਾਨੂੰ ਸਮਝਾਈਆਂ ਗਈਆਂ ਨੇ। ਔਰ ਪਰਮੇਸ਼ਰ ਨੂੰ ਮਿਲਣ ਵਿੱਚ ਜਿਹੜੀਆਂ ਗੱਲਾਂ ਦੀ ਉਹ ਰੁਕਾਵਟ ਬਣਦੀ ਹੈ, ਉਹਨਾਂ ਤੋਂ ਵੀ ਸਾਨੂੰ ਸੁਚੇਤ ਕੀਤਾ ਹੈ। ਪਰਮੇਸ਼ਰ ਅਤੇ ਸਾਡੇ ਵਿਚਕਾਰ ਜਿੱਥੇ ਹੋਰ ਬਹੁਤ ਸਾਰੀਆਂ ਰੁਕਾਵਟਾਂ ਹਨ, ਉੱਥੇ ਇੱਕ ਰੁਕਾਵਟ ਇਹ ਵੀ ਹੈ ਵੀ ਮੈਂ ਬਹੁਤ ਸਿਆਣਾ ਹਾਂ, ਮੈਂ ਬਹੁਤ ਚਤਰ ਹਾਂ। ਇਹ ਵੀ ਹਉਮੈ ਦੇ ਅਧੀਨ ਮਨੁੱਖ ਸਮਝ ਲੈਂਦਾ ਵੀ ਮੇਰੇ ਵਿੱਚ ਸਿਆਣਪਾਂ ਨੇ, ਮੇਰੇ ਵਿੱਚ ਚਤਰਾਈਆਂ ਨੇ। ਬਸ ਇਹੀ ਹੈ ਹਉਮੈ ਦੀ ਕੰਧ ਜਿਹੜੀ ਸਾਡੇ ਅਤੇ ਪਰਮੇਸ਼ਰ ਦੇ ਵਿਚਕਾਰ ਨਿਕਲੀ ਹੋਈ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੁਰੂਦੇਵ ਜੀ ਦਾ ਪਾਵਨ ਬਚਨ ਹੈ। ਮਹਾਰਾਜ ਕਹਿੰਦੇ ਨੇ, ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ। ਭਾਈ ਇਹ ਸਿਆਣਪਾਂ, ਇਹ ਚਤਰਾਈਆਂ ਰੱਬ ਦੇ ਰਸਤੇ ਵਿੱਚ ਕੰਮ ਨਹੀਂ ਆਉਂਦੀਆਂ। ਇੱਕ ਮੁਸਲਮਾਨ ਡਾਕਟਰ ਇਕਬਾਲ ਹੋਇਆ ਹੈ, ਉਸਨੇ ਰੂਹਾਨੀਆਂ ਦੇ ਸੰਬੰਧ ਵਿੱਚ ਵੀ ਬੜਾ ਕੁਝ ਦੱਸਿਆ ਹੈ। ਡਾਕਟਰ ਇਕਬਾਲ ਜੀ ਕਹਿੰਦੇ ਨੇ, ਨਿਕਲ ਜਾ ਅਕਲ ਸੇ ਦੂਰ ਜੇ ਚਿਰਾਗੇ ਰਾਹ ਹੈ। ਕੋਈ ਬੰਦਾ ਸਿਆਣਾ ਹੋ ਗਿਆ, ਅਕਲਵੰਦ ਹੋ ਗਿਆ, BA ਕਰ ਲਈ, MA ਕਰ ਲਈ, PhD ਕਰ ਲਈ, ਡਾਕਟਰ ਦੀ ਡਿਗਰੀ ਪ੍ਰਾਪਤ ਕਰ ਲਈ, ਜਾਂ ਕੋਈ ਦੁਨੀਆ ਦੀ ਪੜ੍ਹਾਈ ਕਰਕੇ ਹੋਰ ਤਰ੍ਹਾਂ ਦੀ ਸਿਆਣਪ ਆ ਗਈ। ਡਾਕਟਰ ਇਕਬਾਲ ਕਹਿੰਦੇ ਨੇ, ਧਰਮ ਗ੍ਰੰਥਾਂ ਦਾ ਪਾਠ ਕਰਨ ਲੱਗ ਪਿਆ, ਧਰਮ ਗ੍ਰੰਥਾਂ ਦੀ ਵਿਚਾਰ ਕਰਨ ਲੱਗ ਪਿਆ, ਤੇ ਬੰਦੇ ਨੂੰ ਭੁਲੇਖਾ ਜਿਹਾ ਲੱਗ ਜਾਂਦਾ ਵੀ ਮੈਂ ਹੁਣ ਅਕਲਵਾਨ ਹੋ ਗਿਆ ਹਾਂ, ਮੈਂ ਹੁਣ ਧਰਮ ਗ੍ਰੰਥਾਂ ਨੂੰ ਪੜ੍ਹ ਲੈਣਾ, ਪਾਠ ਕਰ ਲੈਣਾ, ਵਿਚਾਰ ਕਰ ਲੈਣਾ। ਡਾਕਟਰ ਇਕਬਾਲ ਜੀ ਕਹਿੰਦੇ ਨੇ, ਨਿਕਲ ਜਾ ਅਕਲ ਸੇ ਦੂਰ ਜੇ ਚਿਰਾਗੇ ਰਾਹ ਹੈ। ਅਕਲ ਤੇ ਇੱਕ ਦੀਵਾ ਹੈ, ਸਿਆਣਪ ਤੇ ਇੱਕ ਦੀਵਾ ਹੈ, ਜਿਹੜਾ ਅਸੀਂ ਹੱਥ ਤੇ ਰੱਖ ਕੇ ਇਸ ਅਕਲ ਦੇ ਦੀਵੇ ਨਾਲ, ਸਿਆਣਪ ਦੇ ਦੀਵੇ ਨਾਲ ਆਪਣੀ ਮੰਜ਼ਿਲ ਤੇ ਪਹੁੰਚਣਾ। ਇਹ ਅਕਲ ਸਭ ਕੁਝ ਨਹੀਂ ਹੈ, ਇਹ ਸਿਆਣਪ ਸਭ ਕੁਝ ਨਹੀਂ ਹੈ। ਡਾਕਟਰ ਇਕਬਾਲ ਜੀ ਕਹਿੰਦੇ ਨੇ, ਇਹ ਤੇ ਇੱਕ ਦੀਵਾ ਹੈ, ਜਿਸ ਦੀਵੇ ਦੀ ਰੋਸ਼ਨੀ ਨਾਲ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ।
पर तू ते दीवे नूं सब को समझ बैठा। निकल जा अकल से दूर जे चिरागे राह है, ये ते तेरे राह दा चिराग है। धन श्री गुरु नानक देव जी महाराज पहली पौड़ी विच कहंदे ने, सहस सियाणपां लख होहें तां इक न चलै नाल। बंदे विच हज़ारां सियाणपां होण, लखां सियाणपां होण, और रब दे राह ते सियाणप जां चतुराई काम नहीं करदी। अज दे पावन शब्द विच पहली पंक्ति विच ही धन गुरु अर्जन देव जी महाराज सच्चे पातशाह कहंदे ने, गरीब नवाज कहंदे ने, मन सगल सियाणप रही। भई साडे मन की सारी सियाणप हुण हट गई है। सियाणप असीं एक पासे कर दिती है। हे मन, एक नहीं उस मनुख दी सियाणप थक जाती है। भाव कि वो बंदे नूं समझ आ जाती है कि सियाणप नाल परमेश्वर नहीं मिलता। भगत कबीर जी नूं किसी ने पुछया, भगत कबीर जी, जे कोई बंदा धर्म ग्रंथां विच बहुत सियाणा हो जाए, दुनियादार विच सियाणा हो जाए, सियाणे नूं चतुर भी कहंदे ने। किसी ने आख्या, बाबा कबीर जी, जे कोई दुनिया वाली अकल हासिल कर ले जां धर्म ग्रंथां दी अकल हासिल कर ले, उहनूं रब मिल सकदा? ते भगत कबीर जी कहते हैं, ना भाई, चतराइयां नाल रब नहीं मिलता, बहुतियां सियाणपां नाल परमेश्वर नहीं मिलता। इहदा भाव ये नहीं कि असीं सियाणे नहीं होना, असीं विद्या प्राप्त नहीं करनी। भाव के सियाणे हो के विद्या पढ़ के इहदा मान नहीं करना, इहदा गुमान नहीं करना। ते जे तू सिर्फ सियाणप नूं सब कुछ समझ लिया तो परमेश्वर के रस्ते विच बड़ी रुकावट है। भगत कबीर जी ने एक होका दे के आख्या है, ऐ दुनिया के लोगों, आओ मैं तुहानूं दसा रब किवें नहीं मिलता ते किवें मिलता है। सारी संगत कृपा करियो। रहाओ दी पंक्ति है, बाबा कबीर जी कहंदे ने, मन माधो स्यों लाइए रे जन, मन माधो स्यों लाइए, मन माधो स्यों लाइए रे जन, मन माधो स्यों लाइए, मन माधो स्यों। बाबा कबीर जी कहते ने, हे मेरे मन, उस परमेश्वर नाल मन ला, ओदे नाल चित ला। रे जन मन माधो स्यों लाइए, चतुराई ना चतुर भुज पाइए। चतुराइयां नालों रब नहीं मिलता, परमेश्वर नहीं मिलता। भगत कबीर जी नूं किसी ने आख्या, जी सियाणपण रब नहीं मिलता, बहुतियां अकलां नाल रब नहीं मिलता, अपने कोशिश कीता रब नहीं मिलता, तो तुसीं रब नूं किवें प्राप्त कर लिया? श्री गुरु ग्रंथ साहिब महाराज ने बड़े सौखे तरीके नाल सानूं जुगत दसी है। भगत कबीर जी कहंदे ने, कहो कबीर भगत कर पाया। बाबा कबीर जी कहंदे ने, असीं भगती कर करके रब नूं प्राप्त कर लिया है। किसी ने ये नहीं पढ़िया, बाबा कबीर जी ने MA की सी, PhD की सी, जां किसी यूनीवर्सिटी च पढ़े हुए सन, उन्हां कोल रब्बी ज्ञान सी। इस करके साध संगत धन गुरु नानक देव महाराज भी कहंदे ने, मन्नै सगल भवन की सुध। भगत कबीर जी की बाणी पढ़ के देखो, धन्ना जी की, भगत जी की बाणी पढ़ के देखो, सदना जी की, नामदेव जी की, रविदास जी की। ये ज्ञान कित्थों आया? इन्हां कोल रब्बी ज्ञान सी। भगत कबीर जी कहंदे ने, जदों मैं कोई बाणी का शब्द पढ़दा, लोग कहंदे ने कबीर गीत बड़े सोहणे बोलदा है। भगत कबीर जी कहंदे, मैं गीत नहीं बोलदा, लोग जाने यह गीत है, ये तो ब्रह्म विचार। ये जिहड़ा भगतां दे राहीं साडे कोल पहुंचिया, ये रब्बी ज्ञान सी इन्हां दे कोल। ते भगत कबीर जी कहंदे ने, कहो कबीर भगत कर पाया। भई असीं भगती कर करके रब नूं पा लिया है। दूसरी शर्त ये लाई भगत जी ने, कहंदे जे कोई भगती करके मान गुमान करेगा तो रब फेर भी नहीं मिलना। फिर की करना चाहिए? तुहानूं रब किवें प्राप्त होया?
ਭਗਤੀ ਦੇ ਨਾਲ ਹੋਰ ਕਿਹੜੀ ਸ਼ਰਤ ਜ਼ਰੂਰੀ ਹੈ? ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰੁਗਰਾਇਆ। ਇੱਥੇ ਭੋਲੇ ਭਾਵ ਦਾ ਭਾਵ ਇਹ ਨਹੀਂ ਵੀ ਅਗਿਆਨਤਾ ਚਾਹੇ ਨਾ ਵਾਕਫੀ। ਬੱਚੇ ਦੇ ਸੁਭਾਅ ਨੂੰ ਭੋਲੇ ਭਾਅ ਆਖਿਆ ਗਿਆ ਹੈ, ਬੱਚਿਆਂ ਵਾਲਾ ਸੁਭਾਅ। ਬੱਚੇ ਆਪੋ 'ਚ ਲੜ ਪੈਂਦੇ ਨੇ, ਇਕੱਠੇ ਹੋ ਜਾਂਦੇ ਨੇ, ਵੈਰ ਦੀ ਪੱਕੀ ਗੰਢ ਆਪੋ 'ਚ ਨਹੀਂ ਬਣਦੇ, ਉਹਨੂੰ ਭੋਲਾ ਸੁਭਾਅ ਆਖਿਆ ਗਿਆ ਹੈ। ਹੁਣੇ ਲੜ ਪੈਂਦੇ ਨੇ, ਹੁਣੇ ਇਕੱਠੇ ਹੋ ਜਾਂਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਬੱਚਿਆਂ ਵਾਲਾ ਸੁਭਾਅ ਬਣਾਇਆ ਰੱਬ ਪ੍ਰਾਪਤ ਹੋਇਆ ਹੈ। ਕੋਈ ਸਾਡੇ ਵਿੱਚ ਬਗਾਨਾ ਨਹੀਂ, ਵੈਰੀ ਨਹੀਂ, ਓਪਰਾ ਨਹੀਂ। ਭੋਲੇ ਭਾਏ ਮਿਲੇ ਰੁਗਰਾਇਆ। ਸਾਨੂੰ ਰੱਬ ਪ੍ਰਾਪਤ ਹੋਇਆ ਬੱਚਿਆਂ ਵਾਲਾ ਸੁਭਾਅ ਰੱਖ ਕੇ। ਬੱਚਾ ਨਿਰਮਲ ਵੀ ਹੈ, ਪਵਿੱਤਰ ਹੈ, ਔਰ ਬੱਚੇ ਵਿੱਚ ਚਲਾਕੀ ਵੀ ਕੋਈ ਨਹੀਂ। ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸਾਂ, ਇੱਕ ਕਵਿਤਾ ਪੜ੍ਹੀ, ਮੈਨੂੰ ਅਜੇ ਤੱਕ ਯਾਦ ਹੈ, ਗੁਰੂ ਜੀ ਦੀ ਕਿਰਪਾ ਨਾਲ। ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਹੋਏ ਨੇ। ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਨੇ ਇੱਕ ਕਵਿਤਾ ਲਿਖੀ, ਜਿਸ ਕਵਿਤਾ ਦਾ ਸਰਲੇਖ ਸੀ ਬਚਪਨ। ਗਿਆਨੀ ਮੁਸਾਫਰ ਗੁਰਮੁਖ ਸਿੰਘ ਜੀ ਕਹਿੰਦੇ ਨੇ, ਦੋ ਬੱਚਿਆਂ ਦਾ ਜ਼ਿਕਰ ਕੀਤਾ ਉਹਨਾਂ ਨੇ। ਇੱਕ ਦਾ ਨਾਮ ਵੀਰਾ ਤੇ ਇੱਕ ਦਾ ਨਾਮ ਧੀਰਾ। ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਨੇ ਸਾਨੂੰ ਰੱਬ ਦੇ ਰਾਹ ਦੀ ਸੋਝੀ ਜੀ ਪਾਉਣ ਵਾਸਤੇ ਇੱਕ ਮਿਸਾਲ ਦਿੱਤੀ ਹੈ। ਇੱਕ ਮੁੰਡੇ ਦਾ ਨਾਮ ਵੀਰਾ, ਦੂਜੇ ਦਾ ਨਾਮ ਧੀਰਾ। ਤੇ ਮੁਸਾਫਰ ਜੀ ਕਹਿੰਦੇ ਨੇ, ਇੱਕ ਦਿਨ ਵੀਰੇ ਨੂੰ ਧੀਰੇ ਨੇ ਮਾਰਿਆ, ਮੌਂ ਉਸ ਦੀ ਉਹਨੂੰ ਤਾੜਿਆ। ਵੀਰੇ ਦੀ ਮਾਂ ਆ ਗਈ ਤੇ ਧੀਰੇ ਨੂੰ ਗਾਲਾਂ ਕੱਢਣ ਲੱਗ ਪਈ ਵੀ ਤੂੰ ਮੇਰੇ ਪੁੱਤਰ ਵੀਰੇ ਨੂੰ ਕਿਉਂ ਮਾਰਿਆ। ਇੱਕ ਦਿਨ ਵੀਰੇ ਨੂੰ ਧੀਰੇ ਨੇ ਮਾਰਿਆ, ਮੌਂ ਉਸ ਦੀ ਉਹਨੂੰ ਤਾੜਿਆ। ਉਸ ਆਪਣੀ ਮਾਂ ਨੂੰ ਦੱਸਿਆ। ਧੀਰੇ ਨੇ ਜਾ ਕੇ ਮਾਂ ਨੂੰ ਆਖਿਆ, ਮਾਂ ਮੈਨੂੰ ਵੀਰੇ ਦੀ ਮਾਂ ਨੇ ਬੜਾ ਝਿੜਕਿਆ ਹੈ, ਮੈਨੂੰ ਮਾਰਿਆ ਹੈ। ਉਸ ਆਪਣੀ ਮਾਂ ਨੂੰ ਦੱਸਿਆ, ਬਸ ਗਾਲਾਂ ਦਾ ਮੀਂਹ ਵਸ ਵਸਿਆ। ਧੀਰੇ ਦੀ ਮਾਂ ਵੀ ਆ ਗਈ, ਵੀਰੇ ਦੀ ਮਾਂ ਪੁੱਜ ਗਾਲੋ ਗਾਲੀ ਹੋ ਪਈਆਂ। ਗਾਲਾਂ ਦਾ ਮੀਂਹ ਵਸ ਵਸਿਆ, ਗੁੱਤਾਂ ਤੇ ਪੁੱਟੀਆਂ ਪੱਟੀਆਂ, ਲੜ ਪਿੜ ਕੇ ਜਦੋਂ ਹਟੀਆਂ। ਆਪੋ 'ਚ ਗੁੱਥਮ ਗੁੱਥਾ, ਇੱਕ ਦੂਜੇ ਦੀਆਂ ਗੁੱਤਾਂ ਫੜੀਆਂ ਹੋਈਆਂ। ਮੁਸਾਫਰ ਜੀ ਕਹਿੰਦੇ ਨੇ, ਲੜ ਪਈਆਂ ਆਪੋ ਵਿੱਚ। ਫਿਰ ਧਿਆਨ ਨਾਲ ਸੁਣਨਾ, ਇੱਕ ਦਿਨ ਵੀਰੇ ਨੂੰ ਧੀਰੇ ਨੇ ਮਾਰਿਆ, ਮੌਂ ਉਸ ਦੀ ਉਹਨੂੰ ਤਾੜਿਆ। ਉਸ ਆਪਣੀ ਮਾਂ ਨੂੰ ਦੱਸਿਆ, ਬਸ ਗਾਲਾਂ ਦਾ ਮੀਂਹ ਵਸ ਵਸਿਆ। ਗੁੱਤਾਂ ਤੇ ਪੁੱਟੀਆਂ ਪੱਟੀਆਂ, ਲੜ ਪਿੜ ਕੇ ਜਦੋਂ ਹਟੀਆਂ। ਛਡਾਈਆਂ ਕਿਸੇ ਨੇ ਜਦੋਂ ਆਪ ਹੀ ਹਟ ਗਈਆਂ। ਮੁਸਾਫਰ ਜੀ ਕਹਿੰਦੇ ਨੇ, ਵੀਰੇ ਦੀ ਮਾਂ ਵੀਰਾ ਲੱਭੇ, ਧੀਰੇ ਦੀ ਮਾਂ ਧੀਰਾ ਲੱਭੇ। ਨਾ ਵੀਰਾ ਲੱਭਦਾ ਨਾ ਧੀਰਾ ਲੱਭਦਾ। ਵੀਰੇ ਦੀ ਮਾਂ ਵੀਰਾ ਲੱਭੇ, ਧੀਰੇ ਦੀ ਮਾਂ ਧੀਰਾ ਲੱਭੇ। ਵੀਰੇ ਦੀ ਬਾਂ ਧੀਰੇ ਦੇ ਗਲ, ਧੀਰੇ ਦੀ ਬਾਂ ਵੀਰੇ ਦੇ ਗਲ। ਆਉਂਦੇ ਨੇ ਦੋਵੇਂ ਹੱਸਦੇ, ਦਿਲ ਦੀ ਸਫਾਈ ਦੱਸਦੇ। ਲੜ ਪਿੜ ਕੇ ਇਕੱਠੇ ਹੋ ਗਏ, ਵੱਡਿਆਂ ਨੇ ਝਾਟੇ ਖੋਲੇ। ਉਹ ਆਪੋ 'ਚ ਲੜਦੀਆਂ ਪਈਆਂ ਨੇ, ਉਹਨਾਂ ਨੇ ਇੱਕ ਦੂਜੇ ਦੇ ਗਲ ਵਿੱਚ ਬਾਹਾਂ ਪਾਈਆਂ ਹੋਈਆਂ ਤੇ ਹੱਸਦੇ ਆ ਰਹੇ ਹਨ। ਭਗਤ ਕਬੀਰ ਜੀ ਕਹਿੰਦੇ, ਰੱਬ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ, ਬੱਚਿਆਂ ਵਾਲੀ ਨਿਮਰਤਾ, ਨਿਰਵੈਰ ਹੋ ਕੇ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅੱਜ ਦਾ ਪਾਵਨ ਮੁੱਖ ਵਾਕ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਭਾਈ ਮਨ ਸਗਲ ਸਿਆਣਪ ਰਹੀ। ਮਨ ਨੇ ਹੁਣ ਸਿਆਣਪ ਛੱਡ ਦਿੱਤੀ ਹੈ, ਭਾਵ ਕਿ ਆਪਣੀ ਅਕਲ ਦਾ ਮਾਣ ਗੁਮਾਨ ਛੱਡ ਦਿੱਤਾ। ਉਸ ਹਰ ਮਨੁੱਖ ਦੀ ਅਕਲ ਤੇ ਸਿਆਣਪ ਥੱਕ ਜਾਂਦੀ ਹੈ, ਭਾਵ ਕਿ ਉਹ ਮਾਣ ਨਹੀਂ ਕਰਦਾ। ਹਾਂਜੀ, ਕਰਨ ਕਰਾਵਨ ਹਾਰ ਸੁਆਮੀ। ਜਦੋਂ ਬੰਦੇ ਨੂੰ ਸਮਝ ਆ ਜੇ ਨਾ ਵੀ ਸਭ ਕੁਝ ਦੇ ਕਰਨ ਵਾਲਾ ਉਹ ਹੈ। ਜੇ ਮੈਂ ਸਿਆਣਾ ਹੋਇਆ ਤੇ ਉਹਦੀ ਕਿਰਪਾ ਨਾਲ ਹੋਇਆ, ਜੇ ਮੈਨੂੰ ਵਿਦਿਆ ਆਈ ਤੇ ਮੈਨੂੰ ਉਹਦੀ ਕਿਰਪਾ ਨਾਲ ਆਈ। ਜਦੋਂ ਬੰਦੇ ਨੂੰ ਇਹ ਸਮਝ ਆ ਜਾਏ ਵੀ ਸਭ ਕੁਝ ਕਰਨ ਕਾਰਨ ਸਮਰੱਥ ਉਹੀ ਹੈ, ਉਹ ਫਿਰ ਸਿਆਣਪ ਦਾ ਮਾਣ ਨਹੀਂ ਕਰਦਾ। ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਪੌੜੀ ਵਿੱਚ ਹੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕਰ ਦਿੱਤੀ ਵੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਭਾਈ ਕਰਨ ਵਾਲਾ ਕਰਾਉਣ ਵਾਲਾ ਉਹ ਮੇਰਾ ਪਰਮੇਸ਼ਰ ਆਪ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਲਤਾਨਪੁਰ ਲੋਧੀ ਤੋਂ ਚੱਲੇ ਨਾ ਜਗਤ ਨੂੰ ਤਾਰਨ,
ਸੁਲਤਾਨਪੁਰ ਲੋਧੀ ਦੇ तमाम ਲੋਕ ਆਏ ਹੋਏ ਸੀ, ਕੀ ਹਿੰਦੂ, ਕੀ ਮੁਸਲਮਾਨ, ਕੀ ਅਮੀਰ, ਕੀ ਗਰੀਬ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਲੋਧੀ ਨੂੰ ਤੁਰ ਲੱਗੇ ਜਗਤ ਨੂੰ ਸੁਧਾਰਨ ਵਾਸਤੇ, ਉਦਾਰ ਕਰਨ ਵਾਸਤੇ, ਤੇ ਉਹਨਾਂ ਦੀ ਭੈਣ ਨਾਨਕੀ ਬੜੇ ਪਿਆਰ ਨਾਲ ਪੁੱਛਦੀ ਹੈ, ਵੀਰ ਨਾਨਕ ਤੂੰ ਕਹਿੰਦਾ ਮੈਂ ਤੁਰ ਚੱਲਿਆ ਹਾਂ, ਵੀਰਾ ਵਾਪਸ ਕਦੋਂ ਆਏਗਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਸੀਨੇ ਨਾਲ ਲਾ ਕੇ ਭੈਣ ਨਾਨਕੀ ਨੂੰ ਕਹਿੰਦੇ ਨੇ, ਭੈਣਾ ਜਦੋਂ ਮੇਰਾ ਕਰਤਾਰ ਲੈ ਆਏਗਾ। ਕੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਵਾ ਨਹੀਂ ਕੀਤਾ। ਮਹਾਰਾਜ ਕਹਿੰਦੇ ਨੇ, ਚੱਲ ਭਾਈ ਮਰਦਾਨਿਆ ਅਸੀਂ ਤਲਵੰਡੀ ਵਿੱਚ ਚੱਲੀਏ, ਤੂੰ ਵੀ ਆਪਣੇ ਮਾਤਾ ਪਿਤਾ ਨੂੰ ਮਿਲ, ਮੈਂ ਵੀ ਆਪਣੇ ਮਾਤਾ ਪਿਤਾ ਨੂੰ ਮਿਲ ਲਵਾਂ। ਜਦੋਂ ਤਲਵੰਡੀ ਵਿੱਚ ਇੱਕ ਰਾਤ ਰਹਿ ਕੇ ਤੁਰ ਲੱਗੇ ਤੇ ਮਾਤਾ ਤ੍ਰਿਪਤਾ ਜੀ ਬੜੇ ਪਿਆਰ ਨਾਲ ਕਹਿਣ ਲੱਗੇ, ਪੁੱਤਰ ਤੇਰਾ ਪਿਤਾ ਵੀ ਬਜ਼ੁਰਗ ਹੋ ਰਿਹਾ ਹੈ, ਪੁੱਤਰ ਤੂੰ ਕਹਿਣਾ ਮੈਂ ਤੁਰ ਚੱਲਿਆ, ਵਾਪਸ ਕਦੋਂ ਆਏਗਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਨੇ, ਮਾਂ ਜੀ ਜਦੋਂ ਮੇਰਾ ਕਰਤਾਰ ਲੈ ਆਏਗਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜੰਗਲ ਬੀਆਬਾਨ ਵਿੱਚ ਬੈਠੇ ਹੋਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਦੀ ਵਾਰ ਤੋਂ ਬਾਅਦ ਭਾਈ ਮਰਦਾਨੇ ਨੂੰ ਕਹਿੰਦੇ ਨੇ, ਭਾਈ ਮਰਦਾਨਿਆ ਰਬਾਬ ਛੇਤੀ ਗਲਾਫ ਕਰ ਤੇ ਅੱਗੇ ਦੀ ਤਿਆਰੀ ਕਰ। ਗਲਾਫ ਕਹਿੰਦੇ ਨੇ ਕੱਪੜੇ ਦਾ ਥੈਲਾ ਜਿਹਦੇ ਵਿੱਚ ਰਬਾਬ ਪਾਉਂਦੇ ਸੀ। ਭਾਈ ਮਰਦਾਨਿਆ ਰਬਾਬ ਛੇਤੀ ਗਲਾਫ ਕਰ ਤੇ ਅੱਗੇ ਦੀ ਤਿਆਰੀ ਕਰ। ਭਾਈ ਮਰਦਾਨਾ ਛੇਤੀ ਨਾਲ, ਸਾਡੇ ਵਾਂਗ ਭਾਈ ਮਰਦਾਨਾ ਢਿੱਲ ਮੱਠ ਨਹੀਂ ਕਰਦਾ। ਇਸੇ ਕਰਕੇ ਹਜ਼ੂਰ ਕਹਿੰਦੇ ਨੇ, ਲਾਹੇ ਕੋ ਤੂੰ ਢੀਲਾ ਢੀਲਾ। ਜਦੋਂ ਲਾਹਾ ਪ੍ਰਾਪਤ ਕਰਨ ਦੀ ਗੱਲ ਆਏ ਉਦੋਂ ਤੂੰ ਢਿੱਲਾ ਪੈ ਜਾਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮਰਦਾਨਿਆ ਰਬਾਬ ਛੇਤੀ ਗਲਾਫ ਕਰ ਤੇ ਅੱਗੇ ਦੀ ਤਿਆਰੀ ਕਰ। ਭਾਈ ਮਰਦਾਨਾ ਛੇਤੀ ਛੇਤੀ ਰਬਾਬ ਨੂੰ ਗਲਾਫ ਵਿੱਚ ਪਾਉਂਦਾ ਹੈ, ਥੈਲੇ ਵਿੱਚ ਪਾਉਂਦਾ ਹੈ, ਝੋਲੇ ਵਿੱਚ ਪਾਉਂਦਾ ਹੈ, ਜਿਹਨੂੰ ਗਲਾਫ ਆਖਿਆ। ਨਾਲੇ ਰਬਾਬ ਬੰਨੀ ਜਾਂਦਾ ਭਾਈ ਮਰਦਾਨਾ, ਇੱਕ ਗੋਡਾ ਧਰਤੀ ਤੇ ਇੱਕ ਗੋਡਾ ਉੱਪਰ। ਨਾਲੇ ਬਾਬੇ ਨਾਨਕ ਨੂੰ ਭਾਈ ਮਰਦਾਨਾ ਪੁੱਛਦਾ, ਬਾਬਾ ਸਾਡੀ ਹੁਣ ਕਿੱਧਰ ਦੀ ਤਿਆਰੀ ਹੈ? ਬਾਬਾ ਨਾਨਕ ਜੀ ਕਹਿੰਦੇ ਨੇ, ਭਾਈ ਮਰਦਾਨੇ ਜਿੱਧਰ ਮੇਰਾ ਕਰਤਾਰ ਲੈ ਜਾਏਗਾ। ਜੇ ਕੋਈ ਪੁੱਛੇ ਵੀ ਕਦੋਂ ਆਉਣਾ, ਕਹਿੰਦੇ ਜਦੋਂ ਕਰਤਾਰ ਲੈ ਆਏਗਾ। ਭੈਣ ਨਾਨਕੀ ਨੇ ਪੁੱਛਿਆ, ਭਾਈ ਮਰਦਾਨੇ ਅੱਗੇ ਦੀ ਤਿਆਰੀ ਕਰ। ਭਾਈ ਮਰਦਾਨਾ ਪੁੱਛਦਾ, ਮਹਾਰਾਜ ਬਾਬਾ ਜੀ ਅਸੀਂ ਹੁਣ ਕਿੱਧਰ ਜਾਣਾ ਹੈ? ਭਾਈ ਮਰਦਾਨੇ ਜਿੱਧਰ ਮੇਰਾ ਕਰਤਾਰ ਲੈ ਜਾਏਗਾ। ਭਾਈ ਮਰਦਾਨਾ ਨਾਲੇ ਰਬਾਬ ਬੰਨੀ ਜਾਂਦਾ, ਨਾਲੇ ਭਾਈ ਮਰਦਾਨਾ ਕਹਿੰਦਾ, ਬਾਬਾ ਪਤਾ ਤੇ ਤੈਨੂੰ ਹੈ ਵੀ ਅਸੀਂ ਕਿੱਥੇ ਜਾਣਾ, ਪਰ ਤੂੰ ਮੈਨੂੰ ਕਿਉਂ ਨਹੀਂ ਦੱਸਦਾ? ਬਾਬਾ ਨਾਨਕ ਜੀ ਕਹਿੰਦੇ ਨੇ, ਭਾਈ ਮਰਦਾਨਿਆ ਆਪਾਂ ਦੀ ਕਿਹੜੀ ਗੱਲ ਹੈ? ਆਪਾਂ ਤੇ ਸਾਰੇ ਛਾਲਾ ਮਾਰਦੇ ਫਿਰਦੇ ਆਂ। ਵੱਧੀ ਸੁਵੱਜਗ ਨਾਨਕਾ ਸੱਚਾ ਵੇਖਿਆ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਭਾਈ ਮਰਦਾਨੇ ਜਿੱਧਰ ਮੇਰਾ ਕਰਤਾਰ ਲੈ ਜਾਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਈ ਦਾਵਾ ਨਹੀਂ ਕੀਤਾ, ਕਿਸੇ ਚੀਜ਼ ਦਾ ਵਾਅਦਾ ਜਾਂ ਦਾਵਾ ਨਹੀਂ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਭਾਈ ਜੋ ਮੇਰਾ ਕਰਤਾਰ ਕਰੇਗਾ, ਤੂੰ ਕਰਤਾਰ ਕਰੇ ਸੋ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਸਰੀ ਪੰਕਤੀ ਵਿੱਚ ਕਹਿੰਦੇ ਨੇ, ਜਦੋਂ ਬੰਦੇ ਨੂੰ ਸਮਝ ਆ ਜਾਏ ਨਾ ਵੀ ਉਹ ਪਰਮੇਸ਼ਰ ਸਭ ਕੁਝ ਆਪ ਹੀ ਕਰਨ ਤੇ ਕਰਾਉਣ ਵਾਲਾ ਹੈ। ਨਾਨਕ ਓਟ ਗਹੀ। ਇਹ ਨਾਨਕ ਉਪਰ ਪਰਮੇਸ਼ਰ ਦੀ ਓਟ ਪਕੜ ਲੈਂਦਾ ਬੰਦਾ, ਜਦੋਂ ਪਤਾ ਹੋਏ ਵੀ ਰੱਬ ਕਰਮ ਕਾਰਨ ਸਮਰੱਥ ਹੈ, ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਗਦਾਦ ਵਿੱਚ ਗਏ ਆ ਨਾ, ਉਹ ਪੀਰ ਦਸਤਗੀਰ ਜਿਹੜਾ ਕਹਿੰਦਾ ਸੀ ਸੰਗ ਸਾਰ ਕਰ ਦਿਓ, ਪੱਥਰ ਮਾਰ ਮਾਰ ਕੇ ਉਸ ਫਕੀਰ ਨੂੰ ਮਾਰ ਦਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਹੁਤ ਹੀ ਪ੍ਰੇਮੀ ਸੇਵਕ ਬਣ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੇ ਦਿਨ ਤੁਰ ਲਗੇ ਤੇ ਦਸਤਗੀਰ ਪੀਰ ਨੇ ਚਰਨ ਫੜ ਲਿਆ, ਆਖਣ ਲੱਗਾ, ਮਹਾਰਾਜ ਨਾ ਜਾਓ, ਬੜੀ ਰੌਣਕ ਲੱਗੀ ਹੋਈ ਹੈ, ਮਹਾਰਾਜ ਆਨੰਦ ਆ ਗਿਆ ਤੁਹਾਡੇ ਮਿਲਾਪ ਵਿੱਚ। ਤੀਜੇ ਦਿਨ ਤੁਰ ਲਗੇ, ਫੇਰ ਉਹਨੇ ਚਰਨਾਂ ਨੂੰ ਫੜ ਕੇ ਰੋਕ ਲਿਆ। ਇਸ ਤਰ੍ਹਾਂ ਇੱਕ ਇੱਕ ਦਿਨ ਕਰਕੇ 17 ਦਿਨ ਬਾਬਾ ਨਾਨਕ ਜੀ ਬਗਦਾਦ ਵਿੱਚ ਰਹੇ। ਪੀਰ ਦਸਤਗੀਰ ਚਰਨ ਫੜ ਕੇ ਰੋ ਪੈਂਦਾ ਸੀ, ਮਹਾਰਾਜ ਨਾ ਜਾਓ।
ਪੀਰ ਦਸਤਗੀਰ ਇੱਕ ਦਿਨ ਦਰਬਾਰ ਵਿੱਚ ਬੈਠਾ ਹੋਇਆ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਬੈਠੇ ਹੋਏ, ਫਕੀਰ ਸਾਈਂ ਲੋਕ ਬੈਠੇ ਹੋਏ, ਦਰਵੇਸ਼। ਪੀਰ ਦਸਤਗੀਰ ਨੇ ਇੱਕ ਦਿਨ ਸਵਾਲ ਕੀਤਾ, ਮਹਾਰਾਜ ਇਹ ਦੱਸੋ ਕਿ ਰੱਬ ਹੈ? ਮਹਾਰਾਜ ਬਾਬਾ ਨਾਨਕ ਜੀ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਦਸਤਗੀਰ ਹਾਂ ਰੱਬ ਹੈ। ਜਿੰਨਾ ਕੋ ਨੇ ਸਵਾਲ ਪੁੱਛਿਆ ਮਹਾਰਾਜ ਨੇ ਦੱਸ ਦਿੱਤਾ। ਕਹਿੰਦਾ, ਮਹਾਰਾਜ ਜੀ ਜੇ ਰੱਬ ਹੈ ਤੇ ਵਿਖਾਈ ਕਿਉਂ ਨਹੀਂ ਦਿੰਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਦਸਤਗੀਰ ਦੁੱਧ ਮੰਗਾ ਖਾਂ ਥੋੜਾ ਜਿਹਾ। ਦੁੱਧ ਮੰਗਾਇਆ ਗਿਆ ਬਰਤਨ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ ਦੁੱਧ ਵੇਖਦੇ ਨੇ, ਕਦੇ ਦਸਤਗੀਰ ਵੱਲ ਦੇਖਦੇ ਨੇ, ਕਦੇ ਦੁੱਧ ਵੱਲ, ਕਦੇ ਦਸਤਗੀਰ ਵੱਲ। ਮਹਾਰਾਜ ਕਹਿੰਦੇ ਨੇ, ਪੀਰ ਦਸਤਗੀਰ ਜਿਹੜਾ ਦੁੱਧ ਮੰਗਾਇਆ ਹੈ ਇਹਦੇ ਵਿੱਚ ਮੱਖਣ ਹੈ? ਆਖਣ ਲੱਗਾ, ਜੀ ਹੈ। ਮਹਾਰਾਜ ਆਖਣ ਲੱਗੇ, ਵਿਖਾਈ ਕਿਉਂ ਨਹੀਂ ਦਿੰਦਾ? ਹੁਣ ਦੋ ਸਵਾਲ ਉਹਨੇ ਕੀਤੇ, ਦੋ ਸਵਾਲ ਗੁਰੂ ਨਾਨਕ ਦੇਵ ਨੇ ਕਰ ਦਿੱਤੇ। ਤੂੰ ਕਹਿੰਦਾ ਇਹਦੇ ਵਿੱਚ ਮੱਖਣ ਹੈ ਕਿ ਉਹ ਹੈ, ਪਰ ਵਿਖਾਈ ਕਿਉਂ ਨਹੀਂ ਦਿੰਦਾ? ਦਸਤਗੀਰ ਹੱਸ ਪਿਆ, ਹੱਸ ਕੇ ਕਹਿਣ ਲੱਗਾ, ਮਹਾਰਾਜ ਆਪ ਸਾਧੂ ਲੋਕ ਹੋ। ਮਹਾਰਾਜ ਇਹ ਤੇ ਗ੍ਰਸਤੀਆਂ ਨੂੰ ਪਤਾ ਵੀ ਮੱਖਣ ਕਿਵੇਂ ਲੱਭਦਾ। ਮਹਾਰਾਜ ਇਹਨੂੰ ਥੋੜਾ ਜਿਹਾ ਕੋਸਾ ਕਰਨਾ ਪੈਂਦਾ, ਇਹਨੂੰ ਜਾਗ ਲਾਉਣੀ ਪੈਂਦੀ, ਰਿੜਕਣਾ ਪੈਂਦਾ। ਬੜੀ ਮੁਸ਼ੱਕਤ ਤੋਂ ਬਾਅਦ ਜਾ ਕੇ ਮੱਖਣ ਦੀ ਪ੍ਰਾਪਤੀ ਹੁੰਦੀ, ਘਿਓ ਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਦਸਤਗੀਰ ਰੱਬ ਵੀ ਹੈ, ਪਰ ਉਹਨੂੰ ਪਾਉਣ ਵਾਸਤੇ ਇੱਕ ਖਾਸ ਮੁਸ਼ੱਕਤ ਦੀ ਲੋੜ ਹੈ, ਮਿਹਨਤ ਕਰਨੀ ਪੈਂਦੀ ਹੈ, ਅਭਿਆਸ ਕਰਨਾ ਪੈਂਦਾ ਹੈ। ਮਹਾਰਾਜ ਕਹਿੰਦੇ ਉਹਦਾ ਸਿਮਰਨ ਕਰਨਾ ਪੈਂਦਾ। ਸਿਮਰਨ ਕਰਦਿਆਂ ਕਰਦਿਆਂ ਫਿਰ ਹਰ ਥਾਂ ਉਹ ਰੱਬ ਹੀ ਵਿਖਾਈ ਦਿੰਦਾ। ਇਸ ਤਰ੍ਹਾਂ ਨਹੀਂ ਰੱਬ ਵਿਖਾਈ ਦਿੰਦਾ ਜਿਵੇਂ ਤੂੰ ਕਹਿ ਰਿਹਾ। ਪੀਰ ਦਸਤਗੀਰ ਆਖਣ ਲੱਗਾ, ਮਹਾਰਾਜ ਜੀ ਦੂਸਰਾ ਸਵਾਲ ਮੇਰਾ ਇਹ ਹੈ, ਹਿੰਦੂ ਕਹਿੰਦੇ ਨੇ ਰੱਬ ਦੱਖਣ ਵਿੱਚ ਵਸਦਾ ਹੈ, ਅਸੀਂ ਕਹਿੰਦੇ ਹਾਂ ਪੱਛਮ ਵਿੱਚ ਵਸਦਾ ਹੈ। ਮਹਾਰਾਜ ਜੀ ਤੁਸੀਂ ਦੱਸੋ ਤੁਹਾਡੇ ਅਨੁਸਾਰ ਰੱਬ ਕਿਹੜੇ ਪਾਸੇ ਵਸਦਾ? ਉਸ ਵੇਲੇ ਬਿਜਲੀ ਨਹੀਂ ਸੀ ਹੁੰਦੀ, ਦੀਵੇ ਜਗਦੇ ਸੀ, ਰਾਤ ਦਾ ਦੀਵਾਨ ਸੀ, ਸਤਸੰਗ ਹੋ ਰਿਹਾ। ਬਾਬਾ ਨਾਨਕ ਜੀ ਆਖਣ ਲੱਗੇ, ਦਸਤਗੀਰ ਆ ਜਿਹੜਾ ਤੂੰ ਦੀਵਾ ਜਗਾਇਆ ਹੋਇਆ ਮਸਲਸ ਦੇ ਵਿੱਚ, ਮਜਲਿਸ ਵਿੱਚ ਜਿਹੜਾ ਦੀਵਾ ਜਗ ਰਿਹਾ ਇਹਦੀ ਰੋਸ਼ਨੀ ਕਿਹੜੇ ਪਾਸੇ ਜਾ ਰਹੀ ਹੈ? ਕਹਿੰਦਾ, ਜੀ ਹਰ ਪਾਸੇ। ਮਹਾਰਾਜ ਆਖਣ ਲੱਗੇ, ਵੱਧ ਘਟਦੇ ਨਹੀਂ ਕਿਤੇ, ਧਿਆਨ ਨਾਲ ਦੇਖ। ਕਹਿਣ ਲੱਗਾ, ਮਹਾਰਾਜ ਦੀਵੇ ਦੀ ਰੋਸ਼ਨੀ ਚਾਰੇ ਪਾਸੇ ਇੱਕ ਬਰਾਬਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਦਸਤਗੀਰ ਜੇ ਤੇਰਾ ਦੀਵਾ ਇੰਨਾ ਇਨਸਾਫ ਕਰਦਾ, ਵੱਧ ਘੱਟ ਲੋੜ ਨਹੀਂ ਦਿੰਦਾ, ਤੇ ਮੇਰਾ ਰੱਬ ਵੀ ਚਾਰੇ ਪਾਸੇ ਹੈ, ਚਾਰੇ ਪਾਸੇ ਉਹਦੀਆਂ ਬਖਸ਼ਿਸ਼ਾਂ ਦੀ ਵਰਖਾ ਹੋ ਰਹੀ ਹੈ। ਜਿਹੜੀ ਅੱਜ ਦੀ ਪਾਵਨ ਪੰਗਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਸਤਗੀਰ ਨੇ ਫਿਰ ਤੀਜਾ ਸਵਾਲ ਕੀਤਾ। ਆਖਣ ਲੱਗਾ, ਮਹਾਰਾਜ ਚਲੋ ਰੱਬ ਹੈ, ਕੋਲ ਹੈ, ਹਾਜ਼ਰ ਨਾਜ਼ਰ ਹੈ, ਪਰ ਇਹ ਦੱਸੋ ਰੱਬ ਕਬ ਕੀ ਕਰਦਾ? ਕੀ ਕਰਦਾ ਰੱਬ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਦਸਤਗੀਰ ਪੁੱਤਰਾ ਸਵਾਲ ਤੂੰ ਬੜਾ ਉੱਚਾ ਕੀਤਾ। ਇਸ ਉੱਚੇ ਸਵਾਲ ਦਾ ਜਵਾਬ ਉੱਚੇ ਥਾਂ ਤੇ ਬੈਠ ਕੇ ਦਿੱਤਾ ਜਾ ਸਕਦਾ ਹੈ। ਮਹਾਰਾਜ ਕੀ ਕਰਨਾ ਪਏਗਾ? ਹਜ਼ੂਰ ਕਹਿੰਦੇ ਫਿਰ ਤੈਨੂੰ ਇੱਥੇ ਆਉਣਾ ਪਏਗਾ, ਮੈਨੂੰ ਇੱਥੇ ਬਹਿਣਾ ਪਏਗਾ ਜਿੱਥੇ ਤੂੰ ਬੈਠਾ, ਉੱਚੇ ਥਾਂ। ਤਕਰੀਬਨ ਕੋਈ 2.5-3 ਫੁੱਟ ਉੱਚਾ ਸੀ ਉਹਦਾ ਜਿਹੜਾ ਆਸਨ ਸੀ। ਆਖਣ ਲੱਗਾ, ਮਹਾਰਾਜ ਮੈਂ ਹੇਠਾਂ ਆ ਜਾਣਾ। ਮਹਾਰਾਜ ਕਹਿੰਦੇ, ਇੱਥੇ ਬਹਿ ਜਾ ਜਿੱਥੇ ਮੈਂ ਬੈਠਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਆਸਨ ਤੇ ਬੈਠ ਕੇ ਹਜ਼ੂਰ ਆਖਣ ਲੱਗੇ, ਹੁਣ ਦਸਤਗੀਰ ਪੁੱਛ ਕੀ ਪੁੱਛਣਾ ਚਾਹੁੰਦਾ? ਕਹਿੰਦਾ, ਜੀ ਮੈਂ ਇਹ ਪੁੱਛਣਾ ਰੱਬ ਕੀ ਕਰਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਪੁਰਖਾ ਰੱਬ ਇਹੀ ਕੁਝ ਕਰਦਾ ਹੈ। ਜਿਹੜੇ ਥੱਲੇ ਰੁਲਦੇ ਫਿਰਦੇ ਹਨ ਉਹਨਾਂ ਨੂੰ ਤਖਤਾਂ ਤੇ ਬਿਠਾ ਦਿੰਦਾ ਹੈ, ਜਿਹੜੇ ਤਖਤਾਂ ਦੇ ਹੁੰਦੇ ਹਨ ਉਹਨਾਂ ਨੂੰ ਹੇਠਾਂ ਸੁੱਟ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ। ਹਜ਼ੂਰ ਕਹਿੰਦੇ ਨੇ, ਦਸਤਗੀਰ ਸਭ ਕੁਝ ਪੁੱਛ ਲੈਣਾ ਚਾਹੀਦਾ, ਪਰ ਇਹ ਨਹੀਂ ਪੁੱਛਣਾ ਚਾਹੀਦਾ ਰੱਬ ਕਰਦਾ ਕੀ ਆ। ਇਹ ਦੱਸ ਰੱਬ ਕੀ ਨਹੀਂ ਕਰ ਸਕਦਾ? ਹਜ਼ੂਰ ਕਹਿੰਦੇ ਨੇ, ਸ਼ੀਹਾਂ ਬਹਜਾਂ ਚਰਗਾਂ ਕੂਹੀਆਂ, ਇਹ ਮਾਸਾਹਾਰੀ ਜਾਨਵਰ ਹਨ। ਸ਼ੀਹਾਂ ਬਹਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਕਾਹ। ਮਹਾਰਾਜ ਕਹਿੰਦੇ ਨੇ, ਮੇਰਾ ਰੱਬ ਸ਼ੇਰ ਨੂੰ ਘਾਹ ਖਵਾ ਸਕਦਾ ਹੈ। ਚਰਗਾਂ ਕੂਹੀਆਂ ਇਹ ਮਾਸਾਹਾਰੀ ਜਾਨਵਰ ਨੇ, ਬਾਜ ਇਹ ਵੀ ਮਾਸਾਹਾਰੀ ਹੈ। ਹਜ਼ੂਰ ਕਹਿੰਦੇ, ਜੇ ਮੇਰਾ ਰੱਬ ਚਾਹੇ ਤੇ ਮਾਸ ਖਾਣ ਵਾਲੇ ਜਾਨਵਰਾਂ ਨੂੰ ਘਾਹ ਖਵਾ ਸਕਦਾ ਹੈ। ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਤਾਂ ਚਲਾਏ ਰਾ। ਜਿਹੜੇ ਜਾਨਵਰ
ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਵਾ ਸਕਦਾ ਮੇਰਾ ਪਰਮੇਸ਼ਰ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ। ਨਦੀਆਂ ਵਿੱਚ ਟਿੱਬੇ ਵਿਖਾਲ ਦਿੰਦਾ ਹੈ। ਆ ਵੇਖ ਲਓ ਸਮੁੰਦਰ 'ਚ ਕਿਵੇਂ ਟਾਪੂ ਨਿਕਲੇ ਹੋਏ ਹਨ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਦਸਤਗੀਰ, ਮੇਰਾ ਰੱਬ ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ ਹੈ, ਬਾਦਸ਼ਾਹਾਂ ਨੂੰ ਉਹਨਾਂ ਦੇ ਫੌਜਾਂ ਸਮੇਤ ਸਾੜ ਕੇ ਸੁਆਹ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਮੇਰਾ ਰੱਬ ਜੋ ਚਾਹੇ ਕਰ ਸਕਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ। ਰੱਬ ਦੀ ਜੋ ਮਰਜ਼ੀ ਹੋਏ ਕਰ ਦਿੰਦਾ, ਆਪਣੋ ਪਾਵਨ ਕਰ ਮੰਤਰ ਨਾ ਦੂਸਰੋ ਧਾਰ। ਮੰਤਰ ਕਹਿੰਦੇ ਨੇ ਸਲਾਹ ਨੂੰ। ਰੱਬ ਕਿਸੇ ਦੀ ਸਲਾਹ ਨਹੀਂ ਲੈਂਦਾ ਦੂਜੇ ਤੀਜੇ ਦੀ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਪ੍ਰਵਾਸਨ ਤੁਲ ਭੰਡਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ। ਓਪਤ ਪਰਲੋ ਏਕ ਨਿਮਖ ਤੋ ਕਰ। ਇਹ ਸੰਸਾਰ ਬਣਨਾ, ਇਹਨੂੰ ਨਾਸ਼ ਕਰਨਾ ਅੱਖ ਦੇ ਝਮਕਣ ਜਿਨੇ ਸਮੇਂ ਦੀ ਖੇਡ ਆ ਮੇਰੇ ਰੱਬ ਦੀ। ਹਰਨ ਪਰਨ ਜਾ ਕਾ ਨੇਤਰ ਫੋਰ। ਬ੍ਰਹਿਮੰਡ ਨੂੰ, ਖੰਡਾਂ ਬ੍ਰਹਿਮੰਡਾਂ ਨੂੰ ਬਣਾਉਣਾ, ਇਹਨੂੰ ਨਾਸ਼ ਕਰਨਾ ਇੱਕ ਪਲ ਦੀ ਖੇਡ ਆ ਉਹਦੇ ਅੱਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਖਣ ਲੱਗੇ ਜੋ ਮੇਰਾ ਰੱਬ ਚਾਹੇ ਕਰ ਦਿੰਦਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹਨੂੰ ਯਕੀਨ ਹੋ ਜੇ, ਵਿਸ਼ਵਾਸ ਹੋ ਜੇ, ਸਿਮਰਨ ਕਰਨ ਤੋਂ ਬਾਅਦ ਰੱਬ ਆਪ ਹੀ ਕਰਦਾ, ਆਪ ਹੀ ਕਰਵਾਉਂਦਾ, ਉਹ ਫਿਰ ਪਰਮੇਸ਼ਰ ਦੀ ਓਟ ਫੜ ਲੈਂਦਾ। ਸਾਧ ਸੰਗਤ ਭਗਤ ਕਬੀਰ ਜੀ ਨੇ ਇੰਨੇ ਸੌਖੇ ਤਰੀਕੇ ਨਾਲ ਸਮਝਾਇਆ ਵੀ ਰੱਬ ਕੀ ਕਰਦਾ, ਕੀ ਕੁਛ ਨਹੀਂ ਕਰ ਸਕਦਾ। ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਕਾਰਨ ਬੋਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਉਹ ਬੰਦਾ ਕੀ ਕਰ ਸਕਦਾ ਜਦੋਂ ਰੱਬ ਮਦਦ ਨਾ ਕਰੇ। ਕਬੀਰ ਕਾਰਨ ਬੋਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਜਿਹ ਜੇ ਡਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ। ਭਗਤ ਕਬੀਰ ਜੀ ਕਹਿਣ ਲੱਗੇ ਇੱਕ ਦਿਨ ਮੈਂ ਰੁੱਖ ਤੇ ਚੜ ਲੱਗਾ, ਇੱਕ ਦਿਨ ਮੈਂ ਦਰਖਤ ਤੇ ਚੜ ਲੱਗਾ, ਜਿਹੜੀ ਟਾਹਣੀ ਤੇ ਪੈਰ ਰੱਖਾਂ ਉਹੀ ਟੁੱਟ ਜਾਏ, ਜਿਹੜੀ ਟਾਹਣੀ ਤੇ ਪੈਰ ਰੱਖਾਂ ਉਹੀ ਟੁੱਟ ਜਾਏ। ਭਗਤ ਕਬੀਰ ਜੀ ਕਹਿੰਦੇ ਰੱਬ ਦੀ ਕਿਰਪਾ ਨਾ ਹੋਵੇ ਤੇ ਦਰਖਤ ਤੇ ਵੀ ਨਹੀਂ ਚੜਿਆ ਜਾਂਦਾ। ਜਿਹੜੀ ਟਾਹਣੀ ਤੇ ਪੈਰ ਰੱਖੀ ਉਹੀ ਟੁੱਟ ਟੁੱਟ ਪੈਂਦੀ ਹੈ। ਰੱਬ ਕਿਰਪਾ ਕਰੇ ਦਰਖਤ ਤੇ ਵੀ ਤਾਂ ਹੀ ਚੜਿਆ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਕੁਝ ਵੇਖ ਕੇ ਅਸੀਂ ਪਰਮੇਸ਼ਰ ਦੀ ਓਟ ਪਕੜੀ ਹੈ। ਰਹਾਉ ਆਪ ਮੇਟ ਪੈ ਸਰਨਾਈ। ਉਹ ਫਿਰ ਕੀ ਕਰਦੇ ਨੇ ਜਿਨ੍ਹਾਂ ਨੂੰ ਯਕੀਨ ਹੋ ਜੇ ਰੱਬ ਹੀ ਸਭ ਕੁਝ ਕਰਦਾ, ਉਹ ਫਿਰ ਆਪਣੇ ਆਪ ਨੂੰ ਮਿਟਾ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਆਪ ਗਵਾਈਏ ਤਾਂ ਸ਼ਹ ਪਾਈਏ। ਭਈ ਆਪਣੇ ਆਪ ਨੂੰ ਗਵਾਈਏ ਰੱਬ ਤਾਂ ਹੀ ਮਿਲਦਾ ਹੈ। ਉਹ ਫਿਰ ਆਪਣੇ ਆਪ ਨੂੰ ਮਿਟਾ ਦਿੰਦੇ ਨੇ, ਰੱਬ ਦੀ ਸ਼ਰਨ ਵਿੱਚ ਜਾ ਪੈਂਦੇ ਨੇ। ਆਪਣੇ ਆਪ ਦਾ ਅਹਿਸਾਸ ਹੀ, ਆਪਣੇ ਆਪ ਦੀ ਹੋਂਦ ਖਤਮ ਕਰ ਦਿੰਦੇ ਹਨ। ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਮੈਂ ਬੇਨਤੀ ਕਰਦਾ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਈਏ ਉਦੋਂ ਸਾਰੇ ਪਾਵਨ ਸਥਾਨਾਂ ਦੇ ਦਰਸ਼ਨ ਜ਼ਰੂਰ ਸਬੱਬ ਬਣੇ ਤੇ ਕਰਨੇ ਚਾਹੀਦੇ ਨੇ। ਗੁਰਦੁਆਰਾ ਰਾਮਸਰ ਸਾਹਿਬ ਵਾਲੇ ਸਥਾਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ। ਭਾਈ ਗੁਰਦਾਸ ਜੀ ਲਿਖ ਰਹੇ ਸਨ। ਕਹਿੰਦੇ ਨੇ 4 ਭਗਤ ਆਏ ਲਾਹੌਰ ਤੋਂ। ਉਹਨਾਂ ਦੇ ਆਗੂ ਦਾ ਨਾਮ ਕਾਨਾ ਸੀ। ਕਾਨਾ ਭਗਤ ਜਿਹੜਾ ਖਵਾਉਂਦਾ ਸੀ ਆਪਣੇ ਆਪ ਨੂੰ, ਏਡਾ ਹੰਕਾਰੀ ਬੰਦਾ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਵੀ ਨਹੀਂ ਟੇਕਿਆ ਤੇ ਆਣ ਕੇ ਪਲੰਘ ਤੇ ਬੈਠ ਗਿਆ। ਗੁਰੂ ਅਰਜਨ ਦੇਵ ਮਹਾਰਾਜ ਥੋੜਾ ਜਿਹਾ ਪਾਸੇ ਹਟ ਗਏ, ਸ਼ਾਂਤੀ ਦੇ ਮੁਜੱਸਮੇ ਸਨ। ਕਾਨਾ ਆਖਣ ਲੱਗਾ ਜੀ ਸਾਨੂੰ ਪਤਾ ਲੱਗਾ ਤੁਸੀਂ ਭਗਤਾਂ ਦੀ ਬਾਣੀ ਦਰਜ ਕਰ ਰਹੇ ਹੋ, ਅਸੀਂ ਵੀ ਭਗਤਾਂ ਸਾਡੀ ਵੀ ਬਾਣੀ ਦਰਜ ਕਰ ਲਓ। ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਜਾਣਿਆ ਮੈਂ ਭਗਤ ਗਿਆਨੀ ਆਗਿਆ ਠਾਕਰ ਤਿਲ ਨਹੀਂ ਮਾਨੀ। ਜਿਹੜਾ ਕਹਿੰਦਾ ਮੈਂ ਭਗਤ ਹਾਂ ਮੈਂ ਗਿਆਨੀ ਹਾਂ, ਰੱਬ ਉਹਦੀ ਇੱਕ ਰਤਾ ਜਿੰਨੀ ਵੀ ਕੀਮਤ ਨਹੀਂ ਪਾਉਂਦਾ। ਰੱਬ ਨਹੀਂ ਮੰਨਦਾ ਇਹ ਗੱਲ, ਆਪਣੇ ਆਪ ਦੀ ਹੋਂਦ ਮਿਟਾ ਲੈਂਦੇ ਨੇ। ਕਾਨਾ ਭਗਤ ਕਹਿਣ ਲੱਗਾ ਜੀ ਬਾਣੀ ਦਰਜ ਕਰ ਲਓ। ਮਹਾਰਾਜ ਆਖਣ ਲੱਗੇ ਹਾਂ ਸੁਣਾਓ ਆਪਣੀ ਬਾਣੀ। ਕਾਨਾ ਭਗਤ ਜਿਹੜਾ ਖਵਾਉਂਦਾ ਸੀ ਆਪਣੇ ਆਪ ਨੂੰ ਕਹਿਣ ਲੱਗਾ ਮੈਂ ਉਹੀ ਰੇ ਮੈਂ ਉਹੀ ਰੇ। ਕਹਿਣ ਲੱਗਾ ਮੈਂ ਉਹੋ ਹੀ ਹਾਂ, ਮੈਂ ਉਹੋ ਹੀ ਹਾਂ।
मैं ओही रे मैं ओही रे, जाको नारद सारद सेवे, सेवे देवी देवारे। ब्रह्मा विष्णु महेश आराधे, सब कर दे जाकी सेवा रे। मैं ओही रे मैं ओही रे। हजूर आखन लगे कोई होर शब्द भी है? आखन लगा जी है। महाराज कहते वो सुनाओ। कहंदा मैं काना काना मेरी डीठ, काना आगे काना पीठ, जत देखूं तत काना पाई, मैं काना काना सब आही। हजूर कहन लगे काना जी तुसी कहंदे मैं रब हां, मैं परमेश्वर हां, हर पासे मेरा ही स्वरूप आ, तुहाडी बाणी दर्ज नहीं हो सकती। कहन लगा जी जे तुसी कबीर दी बाणी दर्ज कीती, नामदेव दी कीती, रविदास जी दी, फरीद जी दी, मेरी बाणी क्यों नहीं दर्ज करने? हजूर आखन लगे विचार मेल नहीं खांदे। असी भगत कबीर जी दी बाणी इस करके दर्ज कीती, भगत कबीर जी ते अपने आप नूं कहंदे ने कबीर कुकर राम को मुतिया मेरो नाम। तुसी कहंदे मैं रब हां, भगत कबीर जी कहंदे मैं रब दा कूकर हां। कबीर कुकर राम को मुतिया मेरो नाम, मोती मेरा नाम है। मैनू रब जदों आवाज मारदा मोती मोती करके आवाज मारदा है। कबीर कुकर राम को मुतिया मेरो नाम, गले हमारे जेवरी जै खिंचै तैं जाओ। गल विच उन्हें डोरी पाई हुई है, जिधर मेरा रब खिंचदा मैं उधर ही तुर पैना। तो गुरु अर्जन साहब आखन लगे बाबा फरीद जी की बाणी पता क्यों दर्ज की? बाबा फरीद जी कहंदे ने फरीदा काले मैंडे कपड़े, काला मैंडा वेश, गुण ही भरिया मैं फिरा लोग कहन दरवेश। धन गुरु अर्जन देव जी महाराज आखन लगे नामदेव जी पता की कहंदे ने? पंडित होए कै वेद बखानै। ये विद्वान बन के वेदां दी विचार करदा। नामदेव जी कहंदे ने मैनू वेदां दी विचार नहीं आउंदी, मैनू कुछ नहीं आउंदा। पंडित होए कै वेद बखानै, मूर्ख नाम दियो रामे जाने। नामदेव एक मूर्ख है, बस मूर्ख नामदेव रब नूं जानदा, होर किसे नूं नहीं जानदा। धन गुरु अर्जन देव जी आखन लगे सदना, सदना जी की बाणी इस करके दर्ज की विचार मेल खांदे से। सदना जी कहंदे ने मैं नाही कछ हों नहीं, किश आए न मोरा, अवसर लज्जा राख लियो सदना जन तोरा। ते भगत रविदास जी कहंदे ने तुम चंदन हम रंड बहु परे, संग तुम्हारे वासा। वो कहंदे रब जी तुसी चंदन हो, असी हरंड हां, बहुत निकम्मा जा बूटा हुंदा। भगत रविदास जी कहंदे तुम मखतूल सफेद सपीयल, तुसी ऐसे रेशम हो चिट्टा रेशम, पीले रंग का रेशम हो तुसी, पर असी हम बोपरे जस कीरा सी रेशम दे कीड़े आ, जेड़े रेशम तो बाहर हो के मर जाते हाँ। धन गुरु अर्जन देव जी महाराज आखन लगे साडे वड्डे गुरु जी कहंदे ने ना हो जति सती नहीं पढ़िया, मूर्ख मुगदा जन्म पया, परनवत नानक तिन की शरणा, जिन तू नाही विसरिया। धन गुरु अर्जन देव जी महाराज सच्चे पातशाह गरीब नवाज वो कहंदे ने जिन्नू फिर समझ आ जे सब कुछ परमेश्वर करदा करांदा, आप मेट पए सरनाए, अपने आप नू मटा के हजूर आखन लगे फिर ओदी शरण विच जा पैंदे ने। एह मत साधु कही, हजूर कहंदे ने ये सानू मत किन्ने दित्ती भाई भी अपनी सियाणप छड्ड दिओ, रब दे चरनी लग जाओ, शरण विच चले जाओ। ये सानू मत किन्ने दित्ती? धन गुरु अर्जन देव जी महाराज आखन लगे भई ये मत असी अपने गुरु कोलों प्राप्त कीती है, ये मत सानू अपने गुरु कोलों बख्शिश हुई है। हाँ, प्रभ की आज्ञा मान सुख पाया। गुरु अर्जन देव महाराज नू किसी ने पूछा महाराज जी तुसी कहंदे हो बड़ा सुख साडे अंदर, सुख किवें मिलिया? हजूर कहंदे ने प्रभु की आज्ञा नू खिड़े मत्थे मनण करके। एक बारी साईं मियां मीर जी हरमंदर साहब आए और आउंदे रहिंदे सन। परिक्रमा दे विच बैठे हुए दोवें रब दे फकीर धन गुरु अर्जन देव जी महाराज साईं मियां मीर जी रब्बी रमजां खुल रहियां हन। साईं मियां मीर आखन लगा महाराज मैं सुखमनी साहब का पाठ करदा,
ਜਿਹੜੀ ਤੁਸੀਂ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ, ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ, ਸਾਈਂ ਜੀ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਇਹ ਜੀਵਨ ਮੁਕਤ ਹੁੰਦਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ। ਮਹਾਰਾਜ ਗੁਰੂ ਅਰਜਨ ਸਾਹਿਬ ਆਖਣ ਲੱਗੇ, ਸਾਈਂ ਮੀਆਂ ਮੀਰ ਜੀ ਪ੍ਰਭੂ ਜੀ ਦੀ ਆਗਿਆ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ, ਉਹਨੂੰ ਜੀਵਨ ਮੁਕਤ ਕਹਿੰਦੇ ਨੇ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਮੈਨੂੰ ਮਾਫ ਕਰਨਾ, ਜਦੋਂ ਕੋਈ ਭਾਣਾ ਵਾਪਰ ਜਾਏ ਨਾ, ਉਦੋਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤਿਆਂ ਦੀ ਆਪਣੇ ਵਰਗੇ। ਜੇ ਕੋਈ ਪਰਿਵਾਰ ਵਿੱਚ ਭਾਣਾ ਵਾਪਰ ਜਾਏ, ਬਹੁਤ ਵੱਡਾ ਭਾਣਾ ਵਾਪਰ ਜਾਏ, ਤੇ ਅਫਸੋਸ ਕਰਨ ਵਾਲੇ ਵੀ ਕਹਿੰਦੇ ਨੇ, ਭਾਈ ਹੁਣ ਬੰਦਾ ਕੀ ਕਰ ਸਕਦਾ, ਬੰਦਾ ਕੀ ਕਰ ਸਕਦਾ, ਹੁਣ ਉਹਦਾ ਭਾਣਾ ਮੰਨਣਾ ਹੀ ਪੈਣਾ। ਇਹਨੂੰ ਸਿੱਖੀ ਨਹੀਂ ਕਹਿੰਦੇ। ਜਿਹੜੀ ਗੱਲ ਕਰਨੀ ਪੈ ਜਾਏ ਮਜਬੂਰੀ ਵਸ, ਉਹਨੂੰ ਸਿੱਖੀ ਨਹੀਂ ਕਹਿੰਦੇ। ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ, ਸਿੱਖੀ ਕਹਿੰਦੀ ਹੈ ਜੋ ਉਹਦੀ ਅਰਜ਼ਾ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ, ਇਹ ਆ ਉਹਦੀ ਪਸੰਦਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਖਣ ਲੱਗਾ, ਸਾਈਂ ਮੀਆਂ ਮੀਰ ਮਹਾਰਾਜ ਬ੍ਰਹਮ ਗਿਆਨੀ ਦੇ ਕੋਈ ਹੋਰ ਲੱਛਣ ਵੀ ਹੈਗੇ ਨੇ? ਮਹਾਰਾਜ ਆਖਣ ਲੱਗੇ, ਹਾਂ। ਹਜ਼ੂਰ ਕਹਿੰਦੇ ਨੇ, ਤੈਸਾ ਹਰਖ ਤੈਸਾ ਉਸ ਸੋਗ, ਖੁਸ਼ੀ ਹੋਵੇ ਤਾਂ ਗਮੀ ਹੋਵੇ ਤਾਂ ਬ੍ਰਹਮ ਗਿਆਨੀ ਸਦਾ ਹੀ ਉਹਦੇ ਆਨੰਦ ਵਿੱਚ ਰਹਿੰਦਾ ਹੈ, ਸਦਾ ਆਨੰਦ ਤੇ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਭਾਵੇਂ ਸੋਨਾ ਹੋਵੇ ਭਾਵੇਂ ਮਿੱਟੀ ਹੋਵੇ, ਬ੍ਰਹਮ ਗਿਆਨੀ ਦੋਨਾਂ ਨੂੰ ਬਰਾਬਰ ਕਰਕੇ ਜਾਣਦਾ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ। ਬ੍ਰਹਮ ਗਿਆਨੀ ਦਾ ਕੋਈ ਮਾਣ ਕਰੇ, ਬ੍ਰਹਮ ਗਿਆਨੀ ਦਾ ਕੋਈ ਅਪਮਾਨ ਕਰੇ, ਬ੍ਰਹਮ ਗਿਆਨੀ ਦੋਨਾਂ ਨੂੰ ਇੱਕੋ ਜਿਹਾ ਜਾਣਦਾ। ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਬ੍ਰਹਮ ਗਿਆਨੀ ਕੋਲ ਰਾਜਾ ਆ ਜਾਏ, ਬ੍ਰਹਮ ਗਿਆਨੀ ਕੋਲ ਕੋਈ ਭਿਖਾਰੀ ਆ ਜਾਏ, ਤੈਸਾ ਰੰਕ ਤੈਸਾ ਅਰਜਾਨ। ਬ੍ਰਹਮ ਗਿਆਨੀ ਦੋਨਾਂ ਨੂੰ ਬਰਾਬਰ ਕਰਕੇ ਜਾਣਦਾ। ਹਜ਼ੂਰ ਕਹਿੰਦੇ ਨੇ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜਿਹੜੀ ਉਹਦੀ ਅਰਜ਼ਾ ਵਾਪਰ ਜੇ, ਜਿਹੜਾ ਉਹਦਾ ਹੁਕਮ ਵਾਪਰ ਜੇ, ਬ੍ਰਹਮ ਗਿਆਨੀ ਸਦਾ ਹੀ ਉਹਦੀ ਰਜ਼ਾ ਵਿੱਚ ਰਾਜੀ ਰਹਿੰਦਾ ਹੈ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਤੇ ਸਾਈਂ ਮੀਆਂ ਮੀਰ ਆਖਣ ਲੱਗਾ, ਮਹਾਰਾਜ ਜਿਹੋ ਜੇ ਤੁਸੀਂ ਲੱਛਣ ਬ੍ਰਹਮ ਗਿਆਨੀ ਦੇ ਦੱਸੇ ਨੇ, ਇਹੋ ਜਿਹਾ ਬ੍ਰਹਮ ਗਿਆਨੀ ਅਜੇ ਵੀ ਕੋਈ ਦੁਨੀਆ ਤੇ ਹੈ? ਤੇ ਧੰਨ ਗੁਰੂ ਅਰਜਨ ਦੇਵ ਨੇ ਇਹ ਨਹੀਂ ਆਖਿਆ ਵੀ ਮੈਂ ਬ੍ਰਹਮ ਗਿਆਨੀ। ਗੁਰੂ ਅਰਜਨ ਸਾਹਿਬ ਨੇ ਇਹ ਨਹੀਂ ਆਖਿਆ ਬ੍ਰਹਮ ਗਿਆਨੀ ਤੇਰੇ ਸਾਹਮਣੇ ਬੈਠਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਸਾਈਂ ਮੀਆਂ ਮੀਰ ਮੇਰੇ ਰੱਬ ਦੀ ਕਿਰਪਾ ਨਾਲ, ਮੇਰੇ ਕਰਤਾਰ ਦੀ ਕਿਰਪਾ ਨਾਲ ਜੇ ਇਹੋ ਜਿਹਾ ਦਿਨ ਆਇਆ, ਤੈਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ। ਉਹ ਫਿਰ ਦਿਨ ਆ ਵੀ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਈਂ ਮੀਆਂ ਮੀਰ ਆਖਣ ਲੱਗਾ, ਮਹਾਰਾਜ ਮੇਰੇ ਬੇਵਸੀ ਹੈ। ਮਹਾਰਾਜ ਤੁਸੀਂ ਤੇ ਕਹਿੰਦੇ ਸੀ ਨਾ ਕੋ ਬੈਰੀ ਨਹੀਂ ਬੇਗਾਨਾ, ਇਹ ਵੈਰੀ ਕਿਧਰੋਂ ਆ ਗਏ? ਇੱਧਰ ਅੱਗ ਬਲਦੀ ਹੋਈ, ਇੱਧਰ ਕੜਾਹੇ ਵਿੱਚ ਰੇਤ ਪਾਈ ਜਾ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ, ਬੁਰਾ ਨਹੀਂ ਸਾ ਭਲਾ ਹੀ ਹੈ ਰੇ, ਜੋ ਅਨਰੂਪਿਓ ਠਾਕੁਰ ਮੇਰੇ ਐਸੇ ਹੋਏ ਰਹੀ ਉਹ ਬਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ, ਸਾਈਂ ਮੀਆਂ ਮੀਰ ਕੁਝ ਵੀ ਨਵਾਂ ਨਹੀਂ ਹੋ ਰਿਹਾ, ਜੋ ਕੁਝ ਮੇਰੇ ਮਾਲਕ ਨੇ ਨੀਅਤ ਕੀਤਾ ਹੋਇਆ ਉਹੀ ਕੁਝ ਵਾਪਰ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਹੇ ਭਾਈ ਪ੍ਰਭੂ ਜੀ ਦੀ ਆਗਿਆ ਨੂੰ ਖਿੜੇ ਮੱਥੇ ਮੰਨਣ ਕਰਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ। ਪਰਮ ਅੰਧੇਰਾ ਲਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੁਣ ਰੱਬ ਦੀ ਇਹੋ ਜਿਹੀ ਕਿਰਪਾ ਹੋਈ, ਉਹਦੀ ਆਗਿਆ ਵਿੱਚ ਆਉਣ ਕਰਕੇ ਭਰਮਾਂ ਦਾ ਅੰਧੇਰਾ ਖਤਮ ਹੋ ਗਿਆ। ਭਾਈ ਕਾਹਨ ਸੇ ਨਾਭਾ ਭਾਈ ਸਾਹਿਬ ਜੀ ਲਿਖਦੇ ਨੇ, ਭਰਮ ਕਿਹਨੂੰ ਕਹਿੰਦੇ ਨੇ? ਫਿਰ ਆਪ ਹੀ ਜਵਾਬ ਦਿੰਦੇ ਨੇ, ਅਸਲੀਅਤ ਤੋਂ ਉਲਟ ਸਮਝ ਲੈਣ ਦਾ ਨਾਮ ਭਰਮ ਹੈ। ਗੱਲ ਕੋਈ ਹੋਰ ਹੋਣੀ, ਸਮਝ ਕੋਈ ਹੋਰ ਲੈਣੀ, ਉਹਨੂੰ ਭਰਮ ਕਹਿੰਦੇ ਨੇ। ਭਗਤ ਰਵਿਦਾਸ ਜੀ ਵੀ ਕਹਿੰਦੇ ਨੇ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਉਹਨੂੰ ਕਹਿੰਦੇ ਨੇ ਭਰਮ, ਵੀ ਗੱਲ ਹੋਰ ਹੋਣੀ, ਸਮਝ ਹੋਰ ਲੈਣੀ, ਜੈਸਾ ਮਾਨੀਐ ਹੋਏ ਨਾ ਤੈਸਾ, ਇਹਨੂੰ ਭਰਮ ਕਹਿੰਦੇ ਨੇ। ਇੱਕ ਵਾਰੀ ਮੈਂ ਜਾ ਰਿਹਾ ਸਾਂ ਕਿਤੇ ਅੰਮ੍ਰਿਤ ਵੇਲੇ, ਤਕਰੀਬਨ ਕੋਈ 4:30 ਦਾ ਟਾਈਮ ਹੋਏਗਾ, ਤੇ ਜੀਟੀ ਰੋਡ ਦੇ ਕੋਲ ਇੱਕ ਪਿੰਡ ਆਇਆ। ਪਿੰਡ ਦੇ ਸਾਹਮਣੇ ਚਰਸਤਾ ਹੈ,
ਤੇ ਸਵੇਰੇ ਅੰਮ੍ਰਿਤ ਵੇਲੇ 4:30 ਵਜੇ ਇੱਕ ਬੰਦਾ ਆਪਣਿਆਂ ਛਿੱਤਰ ਲਾ ਕੇ ਜ਼ਮੀਨ ਤੇ ਮਾਰਿਆ ਸੀ। 2 ਮਾਰੇ, 4 ਮਾਰੇ, 5 ਮਾਰੇ, 7 ਮਾਰੇ। ਮੈਂ ਆਖਿਆ, ਡਰਾਈਵਰ ਨੂੰ ਆਖਿਆ ਗੱਡੀ ਰੋਕਾਂ ਪਈ। ਉਹਨੂੰ ਪੁੱਛਿਆ, ਪਈ ਤੂੰ ਹੇਠਾਂ ਜ਼ਮੀਨ ਤੇ ਛਿੱਤਰ ਕਿਉਂ ਮਾਰਦਾ? ਕਹਿੰਦਾ ਜੀ ਬਿੱਲੀ ਰਾਹ ਕੱਟ ਗਈ ਮੇਰਾ। ਪਹਿਲਾ ਭਰਮ ਇਹ ਵੀ ਬਿੱਲੀ ਰਸਤਾ ਕੱਟ ਗਈ, ਬਿੱਲੀ ਅੱਗੋਂ ਦੀ ਲੰਘ ਗਈ, ਪਤਾ ਨਹੀਂ ਕਿਹੜੀ ਤੋਪ ਚੱਲ ਜਾਣੀ ਹੈ, ਕਿਹੜਾ ਪਹਾੜ ਡਿੱਗ ਪੈਣਾ। ਤੇ ਦੂਸਰਾ ਭਰਮ ਇਹ ਵੀ ਹੁਣ ਮੈਂ ਛਿੱਤਰ ਮਾਰ ਦਿੱਤੇ ਨੂੰ ਹੋਣਾ ਕੱਖ ਨਹੀਂ। ਵਹਿਮ ਦਾ ਇਲਾਜ ਵਹਿਮ ਨਾਲ ਹੋ ਰਿਹਾ ਹੈ। ਹੁਣ ਵੀ ਇਹੋ ਜਿਹੇ ਪੁਲ ਤੇ ਬਣੇ ਨੇ ਵੀ ਬਿੱਲੀ ਉੱਪਰੋਂ ਦੀ ਲੰਘ ਜੇ ਜਾਂ ਤੁਸੀਂ ਉੱਪਰੋਂ ਦੀ ਲੰਘ ਜਾਓ, ਬਿੱਲੀ ਹੇਠੋਂ ਦੀ ਲੰਘ ਜੇ, ਇਸ ਤਰ੍ਹਾਂ ਤੇ ਨਹੀਂ ਹੋ ਸਕਦਾ। ਇਹ ਸਾਰਾ ਭਰਮ ਹੈ। ਸੋਮਵਾਰ ਇਹ ਨਹੀਂ ਕਰਨਾ, ਵੀਰਵਾਰ ਇਹ ਨਹੀਂ ਕਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹ ਭਾਈ ਭਰਮ ਦਾ ਅੰਧੇਰਾ ਹੁਣ ਲੱਥ ਗਿਆ ਹੈ। ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ। ਹਜ਼ੂਰ ਕਹਿੰਦੇ ਨੇ, ਹੇ ਮੇਰੇ ਸੁਜਾਨ, ਹੇ ਮੇਰੇ ਸੁਆਮੀ ਪ੍ਰਭੂ ਜੀ, हे सब को जानन वाले प्रभु जी, शरण तुम्हारी अही। हे मेरे प्रभु जी, मैं तुहाडी शरण विच आया हां। खिन मह थाप उथापन हारे। हे पल विच सृष्टि नूं बनाउण वाले, पल विच सृष्टि नूं खत्म करन वाले प्रभु जी, कुदरत कीम ना पही। हजूर आखन लगे, हे भाई उस ओदी कुदरत दी कोई कीमत नहीं दस सकदा। की दसेगा? पल विच सृष्टि बना दिंदा, पल विच खत्म कर दिंदा है। इसे करके हजूर कहंदे ने, हर एक निरंजन गाइए सब अंतर सोई। खिन मैं थाप थापदा तिस बिन नहीं कोई। खंड ब्रह्मांड पताल दी परव्या सब लोई। हजूर कहंदे ने, हे भाई ओदी कीमत कौन जान सकदा? ओ ते पल विच कुछ दा कुछ कर दिंदा है। कुदरत कीम ना पई, पई ओदी कीमत नहीं कोई दस सकदा ओदी कुदरत दी। हजूर कहंदे ने, कुदरत कीम ना जानिए वड्डा बेपरवाह, कर बंदे तू बंदगी चिच्चर कट मैं शाह। ओदा अंत लैण वाले पासे ना पै, ओदी बंदगी कर जिन्ना चਿਰ तेरे अंदर सवास है। धन श्री गुरु रामदास साहब सच्चे पातशाह जी गरीब नवाज। धन श्री गुरु ग्रंथ साहब महाराज जी का कोटान कोट शुक्र। सिंह साहब ज्ञानी जगतार सिंह जी हैड ग्रंथी साहब, सचखंड श्री हरमंदर साहब, सत्कारयोग प्रधान साहब, गुरु की साध संगत का धन्यवाद। भाई निशान सिंह होरां ने बड़ा प्यार नाल पाठ किया है, इन्हां दा धन्यवाद। आओ आखिरी 2 पंक्तियां सरवण करके समाप्ति करिए जी। जान प्रबीन स्वामी प्रभ मेरे, शरण तुम्हारी अही। खिन मह थाप उथापन हारे, कुदरत कीम ना पही। वाहिगुरु जी का